Hello, dear students. Today, your lecture of the subject Pharma Jurisprudence, Pharmaceutical Jurisprudence is Poisons Act. Introduction. The Poisons Act 1919 was passed with the view to control the import, possession and sale of poisons. यानी कि इस व्यू नाल पास किया 1919 च कि ਜਿਹੜਾ ਇੰਪੋਰਟ ਪੋਜੈਸ਼ਨ ਤੇ ਸੇਲ ਹੈ ਪੋਇਜ਼ਨਸ ਦੀ ਉਹ ਕੰਟਰੋਲ ਹੋ ਜਾਏ ਸਰਕਾਰ ਦੁਆਰਾ ਇਸ ਐਕਟ ਦੇ ਅੰਡਰ ਦਾ ਸੈਂਟਰਲ ਗਵਰਨਮੈਂਟ ਨੂੰ ਅਥੋਰਾਈਜ਼ ਕੀਤਾ ਸੀ ਕਿ ਉਹ ਰੈਗੂਲੇਟ ਕਰੇ ਕੰਟਰੋਲ ਕਰੇ ਇੰਪੋਰਟ ਪੋਇਜ਼ਨਸ ਅਕ੍ਰੋਸ ਐਨੀ ਆਫ ਦਾ ਡਿਫਾਈਨਡ ਕਸਟਮ ਫਰੰਟੀਅਰਸ ਵੀ ਜਿਹੜੀ ਇੰਪੋਰਟ ਹੋਣੀ ਆ ਕਿਸੇ ਪੋਇਜ਼ਨਸ ਦੀ ਤਾਂ ਉਹ ਇੱਕ ਡਿਫਾਈਨਡ ਵੀ ਜਿਸ ਨੂੰ ਆਪਾਂ ਕਹਿੰਦੇ ਆ ਬਾਰਡਰ ਵੀ 2-3 ਬਾਰਡਰ ਲੱਗਦੇ ਹੁੰਦੇ ਕਈ ਵਾਰੀ ਕਿਸੇ ਸਟੇਟ ਨੂੰ ਕਿਸੇ ਕੰਟਰੀ ਨੂੰ ਤਾਂ ਇੱਕ ਬਾਰਡਰ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਡਿਫਾਈਨ ਕਰ ਦਿੰਦੇ ਵੀ ਇਸ ਦੇ ਵਿੱਚ ਲੈ ਕੇ ਆਉਣੀ ਆ ਜਦੋਂ ਕਿ ਹੋਰ ਸਟੇਟ ਗੌਰਮੈਂਟਸ ਹੈਵ ਬੀਨ ਅਥੋਰਾਈਜ਼ਡ ਕਈ ਸਟੇਟ ਗੌਰਮੈਂਟਸ ਨੂੰ ਵੀ ਅਥੋਰਾਈਜ਼ ਕੀਤਾ ਹੈ ਕਿ ਉਹ ਆਪਦੇ ਰੂਲਸ ਬਣਾਏ ਰਿਗਾਰਡਿੰਗ ਪੋਜੈਸ਼ਨ ਐਂਡ ਸੇਲ ਆਫ ਪੋਇਜ਼ਨਸ ਕਿ ਉਹ ਪੋਇਜ਼ਨਸ ਨੂੰ ਆਪਦੇ ਕੋਲੇ ਪੋਜੈਸ ਕਰ ਸਕੇ ਕਿਵੇਂ ਰੱਖਣੀਆਂ ਨੇ ਉਹਨਾਂ ਦੇ ਆਪਦੇ ਇਲਾਕੇ 'ਚ ਇਨ ਦੇਅਰ ਰਿਸਪੈਕਟਿਵ ਟੈਰੀਟਰੀਜ਼ ਇਸ ਤਰ੍ਹਾਂ ਨਾਲ ਜਿਹੜੇ ਆ ਪਰਪਜ਼ ਆਫ ਐਕਟ ਆ ਕਿ ਜਿਹੜੇ ਸਾਰੇ ਸਬਸਟੈਂਸਿਸ ਨੇ ਜਿਨ੍ਹਾਂ ਨੂੰ ਵੀ ਆਪਾਂ ਲਿਖ ਦਿੰਦੇ ਹਾਂ ਸਪੈਸੀਫਾਈਡ ਕਰਕੇ ਪੋਜੈਸ਼ਨ ਪੋਇਜ਼ਨਸ ਇਨ ਦਾ ਨੋਟੀਫਿਕੇਸ਼ਨ ਉਹਨਾਂ ਸਾਰਿਆਂ ਨੂੰ ਪੋਇਜ਼ਨਸ ਸਮਝਿਆ ਜਾਵੇ ਆਰ ਟੂ ਬੀ ਡੀਮਡ ਐਜ਼ ਪੋਇਜ਼ਨਸ। ਅਗਲਾ ਹੈਡਿੰਗ ਨੰਬਰ 2 ਹੈ ਇੰਪੋਰਟ ਆਫ ਪੋਇਜ਼ਨਸ। ਦ ਇੰਪੋਰਟ ਆਫ ਪੋਇਜ਼ਨਸ ਇਜ਼ ਪਰਮਿਟਡ ਓਨਲੀ ਅੰਡਰ ਦਾ ਅਥਾਰਟੀ ਆਫ ਏ ਲਾਇਸੈਂਸ ਗਰਾਂਟਡ ਫਾਰ ਦਾ ਪਰਪਜ਼ ਬਾਈ ਦਾ ਸੈਂਟਰਲ ਗਵਰਨਮੈਂਟ। ਜਿਹੜੀ ਇੰਪੋਰਟ ਕਰਨੀ ਆ ਉਹ ਇੱਕ ਲਾਇਸੈਂਸ ਨਾਲ ਕਰਨੀ ਆ ਇੱਕ ਲਾਇਸੈਂਸ ਇੱਕ ਪਰਮਿਸ਼ਨ ਹੁੰਦੀ ਹੈ ਇੱਕ ਤਰ੍ਹਾਂ ਦੀ ਸੈਂਟਰਲ ਗਵਰਨਮੈਂਟ ਵੱਲੋਂ ਸੈਂਟਰਲ ਗਵਰਨਮੈਂਟ ਤੋਂ ਉਹ ਅਥਾਰਟੀ ਲੈਣੀ ਆ ਤੁਸੀਂ ਇਹਨਾਂ ਨੂੰ ਇੰਪੋਰਟ ਕਰਨ ਦੀ ਕਿ ਜਿਹੜੇ ਪਰਸਨਸ ਨੇ ਲਾਇਸੈਂਸ ਟੂ ਇੰਪੋਰਟ ਪੋਇਜ਼ਨਸ ਜਿਹੜੇ ਪਰਸਨਸ ਨੇ ਉਹਨਾਂ ਨੂੰ ਵੀ ਆਪਾਂ ਪੋਇਜ਼ਨਸ ਦੇ ਲਈ ਲਾਇਸੈਂਸ ਦੇਣਾ ਹੈ ਤਾਂ ਕਿ ਉਹ ਇੰਪੋਰਟ ਕਰ ਸਕਣ ਉਹਨਾਂ ਨੂੰ ਅਕ੍ਰੋਸ ਵਨ ਆਫ ਦਾ ਡਿਫਾਈਨਡ ਕਸਟਮ ਫਰੰਟੀਅਰਸ ਤਾਂ ਕਿ ਅੱਡ ਸਟੇਟ ਦੇ ਵਿੱਚ ਜਿਹੜੀ ਵੀ ਹੱਦਬੰਦੀ ਜਿਹੜੀ ਵੀ ਬਾਰਡਰ ਉਹ ਡਿਫਾਈਨ ਕਰਨਗੇ ਕਹਿਣਗੇ ਲਿਖ ਕੇ ਦੇਣਗੇ ਲਾਇਸੈਂਸ 'ਚ ਉਸ ਰਾਹੀਂ ਉਸ ਨੂੰ ਇੰਪੋਰਟ ਕਰਨਾ ਹੈ ਕਿ ਅਕੋਰਡੈਂਸ ਵਿਦ ਦਾ ਕੰਡੀਸ਼ਨਸ ਆਫ ਦਾ ਲਾਇਸੈਂਸ ਅਤੇ ਲਾਇਸੈਂਸ ਦੀ ਜਿਹੜੀਆਂ ਕੰਡੀਸ਼ਨਸ ਲਿਖੀਆਂ ਹੋਣਗੀਆਂ ਉਹਨਾਂ ਨੂੰ ਮੰਨਣਾ ਹੈ। ਨੰਬਰ 3 ਹੈ ਜਿਹੜਾ ਪੋਜੈਸ਼ਨ ਐਂਡ ਸੇਲ ਆਫ ਪੋਇਜ਼ਨਸ। ਜਿਹੜਾ ਸਟੇਟ ਗਵਰਨਮੈਂਟ ਹੈ ਬਾਈ ਮੇਕਿੰਗ ਰੂਲਸ ਰੈਗੂਲੇਟ ਦਾ ਪੋਜੈਸ਼ਨ ਐਂਡ ਸੇਲ ਆਫ ਪੋਇਜ਼ਨਸ। ਜਿਹੜੀ ਸਟੇਟ ਗੌਰਮੈਂਟ ਆ ਉਹਨੂੰ ਰੂਲਸ ਬਣਾ ਕੇ ਰੈਗੂਲੇਟ ਕਰਨਾ ਸੇਲਸ ਆਫ ਪੋਇਜ਼ਨਸ ਨੂੰ ਅਤੇ ਪੋਜੈਸ ਕਰਨ ਨੂੰ ਵੀ ਰੱਖਣ ਨੂੰ ਚਾਹੇ ਉਹ ਹੋਲਸੇਲਰ ਆ ਚਾਹੇ ਉਹ ਰਿਟੇਲਰ ਆ। ਇਸ ਤਰ੍ਹਾਂ ਦੇ ਜਿਹੜੇ ਰੂਲਸ ਨੇ ਉਹ ਪ੍ਰੋਵਾਈਡ ਕਰਦੇ ਆ ਗ੍ਰਾਂਟ ਆਫ ਲਾਇਸੈਂਸ ਫਿਰ ਉਹਨਾਂ ਨੂੰ ਇੱਕ ਲਾਇਸੈਂਸ ਲੈਣਾ ਪਊ ਪੋਜੈਸ ਕਰਨ ਵਾਸਤੇ ਸੇਲ ਵਾਸਤੇ ਕਿਸੇ ਵੀ ਸਪੈਸੀਫਾਈਡ ਕਲਾਸ ਆਫ ਪੋਇਜ਼ਨਸ ਲਈ। ਉਸ ਤਰ੍ਹਾਂ ਹੀ ਜਿਹੜਾ ਰੂਲ ਹੈਗੇ ਕਿ ਕਿਸੇ ਸਪੈਸੀਫਾਈਡ ਕਲਾਸ ਆਫ ਪਰਸਨਸ ਨੂੰ ਦੇਣਾ। ਸਪੈਸੀਫਾਈਡ ਕਲਾਸ ਆਫ ਪਰਸਨਸ ਦਾ ਮਤਲਬ ਜਿਹਨਾਂ ਦੀ ਆਲਰੇਡੀ ਕੋਈ ਦੁਕਾਨ ਆ ਦਵਾਈਆਂ ਦੀ ਜਿਹਨਾਂ ਨੂੰ ਪੋਇਜ਼ਨਸ ਬਾਰੇ ਪਤਾ ਹੈ ਜਿਹਨਾਂ ਨੂੰ ਉਹਨਾਂ ਨੂੰ ਸੰਭਾਲਣ ਬਾਰੇ ਪਤਾ ਹੈ ਕਿ ਇਹਨੂੰ ਫਰਿੱਜ 'ਚ ਰੱਖਣਾ ਕਿਹਨੂੰ ਬਾਹਰ ਰੱਖਣਾ ਟੂ ਵੂਮ ਦਾ ਲਾਇਸੈਂਸਿਸ ਫਾਰ ਦਾ ਪੋਇਜ਼ਨਸ ਐਂਡ ਸੇਲ ਆਫ ਪੋਇਜ਼ਨਸ ਆਰ to whom the licenses for the possession and sale of poisons are to be granted ਕਿ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਇਹ ਲਾਇਸੈਂਸ ਵਾਲੇ ਦੇਣੇ ਨੇ ਇੱਕ ਸਪੈਸੀਫਾਈਡ ਕਲਾਸ ਨੂੰ ਦੇਣੇ ਨੇ ਅਤੇ ਕੈਟੇਗਰੀਜ਼ ਆਫ ਪਰਸਨਸ ਦੱਸਦਾ ਤੁਹਾਨੂੰ ਵੀ ਜਿਹੜੇ ਪਹਿਲਾਂ ਦਵਾਈਆਂ ਦਾ ਕੰਮ ਕੀਤਾ ਹੋਵੇ ਇਸ ਤਰ੍ਹਾਂ ਦੀ ਕਲਾਸ ਨੂੰ ਅਤੇ ਜਿਨ੍ਹਾਂ ਨੇ ਪੋਇਜ਼ਨਸ ਨੂੰ ਸੇਲ ਕੀਤਾ ਹੋਵੇ। ਹੋਰ ਕੀ ਰੂਲ ਹੈ ਮੈਕਸੀਮਮ ਕੁਆਂਟਿਟੀ ਆਫ ਪੋਇਜ਼ਨਸ ਦੈਟ ਮੇ ਬੀ ਮੇਨਟੇਨਡ ਮੈਕਸੀਮਮ ਪੋਇਜ਼ਨਸ ਕਿੰਨਾ ਰੱਖ ਸਕਦੇ ਦੁਕਾਨ 'ਚ ਅਤੇ ਉਹ ਰਜਿਸਟਰ ਦਾ ਲਾਉਣਾ ਹੈ ਰਜਿਸਟਰ ਮੇਨਟੇਨ ਕਰਨਾ ਹੈ ਫਾਰ ਦਾ ਸੇਲ ਬਾਈ ਦਾ ਪਰਸਨਸ ਉਹਨਾਂ ਪਰਸਨਸ ਦੁਆਰਾ ਰਜਿਸਟਰ ਨੂੰ ਮੇਨਟੇਨ ਕਰਨਾ ਸੇਲ ਕਰਨ ਦੇ ਨੂੰ। ਇਜ ਸਟੇਟ ਗੌਰਮੈਂਟ ਮੇਕ ਰੂਲਸ ਰਿਗਾਰਡਿੰਗ ਦਾ ਸੇਫ ਕਸਟਡੀ ਅਤੇ ਜਿਹੜਾ ਸਟੇਟ ਗੌਰਮੈਂਟ ਹੈ ਇਹ ਰੂਲਸ ਬਣਾਉਂਦੀ ਆ ਵੀ ਸੇਫ ਕਸਟਡੀ ਦੇ ਵਿੱਚ ਪੋਇਜ਼ਨਸ ਨੂੰ ਕਿਸ ਤਰ੍ਹਾਂ ਰੱਖਣਾ ਹੈ ਕਿਵੇਂ ਰੱਖਣਾ ਹੈ ਉਹਨਾਂ ਦੀ ਲੇਬਲਿੰਗ ਹੋਣੀ ਚਾਹੀਦੀ ਹੈ ਵੈਸਲਸ ਦੀ ਲੇਬਲ ਉਤਰਨਾ ਨਹੀਂ ਚਾਹੀਦਾ ਐਂਡ ਕਵਰਿੰਗ ਐਟਸਟਰਾ The poisons and the records maintained for their sales are subject to inspection। ਜਿਹੜੇ ਪੋਇਜ਼ਨਸ ਨੇ ਅਤੇ ਰਿਕਾਰਡਸ ਨੇ ਮੇਨਟੇਨ ਕੀਤੇ ਹੋਏ ਸੇਲਸ ਦੇ
ਉਹ ਸਬਜੈਕਟ ਟੂ ਇਨਸਪੈਕਸ਼ਨ ਨੇ, ਵੀ ਉਹ ਰਜਿਸਟਰ ਦੀ ਇਨਸਪੈਕਸ਼ਨ ਹੋਊਗੀ, ਰਿਕਾਰਡ ਕਿਵੇਂ ਰੱਖਿਆ ਹੈ, ਅਕੋਰਡਿੰਗ ਟੂ ਰੂਲਸ ਰੱਖਿਆ ਹੈ ਜਾਂ ਨਹੀਂ ਰੱਖਿਆ, ਇਹਦੇ ਬਾਰੇ ਸਾਰੀ ਇਨਸਪੈਕਸ਼ਨ। ਦ ਸਟੇਟ ਗੌਰਮੈਂਟਸ ਆਲਸੋ ਰੈਗੂਲੇਟ ਦਾ ਪੋਜੈਸ਼ਨ ਆਫ ਐਨੀ ਸਪੈਸੀਫਾਈਡ ਪੋਇਜ਼ਨਸ ਇਨ ਐਨੀ ਲੋਕਲ ਏਰੀਆ। ਕਿਸੇ ਵੀ ਲੋਕਲ ਏਰੀਆ ਦੇ ਵਿੱਚ ਗੌਰਮੈਂਟ ਉਸ ਦੀ ਪੋਜੈਸ਼ਨ ਨੂੰ ਰੈਗੂਲੇਟ ਕਰ ਸਕਦੀ ਆ, ਯਾਨੀ ਕਿ ਵੀ ਇੱਥੇ ਤੁਸੀਂ ਘੱਟ ਕੁਆਂਟਿਟੀ ਵੇਚਣੀ ਆ, ਘੱਟ ਕੁਆਂਟਿਟੀ ਰੱਖਣੀ ਆ ਇਸ ਏਰੀਏ 'ਚ, ਕਿਉਂਕਿ ਇਸ ਤਰ੍ਹਾਂ ਦੇ ਏਰੀਏ 'ਚ ਜਿਹੜੀਆਂ ਪੋਇਜ਼ਨਸ ਇਸ਼ੂ ਹੋਈਆਂ ਨੇ ਉੱਥੇ ਕੁਛ ਕੁ ਵਾਰੀ ਮਰਡਰ ਹੋਏ ਆ, ਜਾਂ ਕੋਈ ਸ਼ਰਾਰਤ ਹੋਈ ਹੈ, ਮਿਸਚੀਫ ਹੋਈ ਆ, ਜਾਂ ਉੱਥੇ ਪਸ਼ੂਆਂ ਨੂੰ ਪੋਇਜ਼ਨਿੰਗ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਜੇ ਕੋਈ ਹਿਸਟਰੀ ਹੋਵੇ ਉਸ ਏਰੀਏ 'ਚ ਆਪਾਂ ਫਿਰ ਇਹਨਾਂ ਨੂੰ ਰੈਗੂਲੇਟ ਕਰਦੇ ਹਾਂ। ਨੰਬਰ 4 ਜਿਹੜਾ ਹੈ ਪੈਨਲਟੀਜ਼ ਫਾਰ ਅਫੈਂਸਿਸ ਅੰਡਰ ਦ ਐਕਟ। ਜੇ ਕੋਈ ਪਰਸਨ ਇੰਪੋਰਟ ਔਰ ਪੋਜੈਸਿਸ ਔਰ ਸੈਲਸ ਐਨੀ ਪੋਇਜ਼ਨ ਐਕਸੈਪਟ ਐਜ਼ ਪ੍ਰੋਵਾਈਡਡ ਅੰਡਰ ਦ ਐਕਟ, ਵੀ ਐਕਟ ਦੇ ਮੁਤਾਬਕ ਨਹੀਂ ਕਰਦਾ ਪੋਜੈਸ ਸੈਲ ਪੋਇਜ਼ਨ ਨੂੰ, ਤਾਂ ਉਸ ਨੂੰ ਆਪਾਂ ਪਨਿਸ਼ਮੈਂਟ ਦੇਣੀ ਹੈ ਵਿਦ ਇੰਪ੍ਰਿਜ਼ਨਮੈਂਟ ਅਪ ਟੂ 3 ਮੰਥਸ ਔਰ ਫਾਈਨ ਅਪ ਟੂ 500, ਵੀ 3 ਮਹੀਨਿਆਂ ਦੀ ਸਜ਼ਾ ਅਤੇ ਫਾਈਨ 500 ਜਾਂ ਦੋਵੇਂ ਔਨ ਫਸਟ ਕਨਵਿਕਸ਼ਨ, ਐਂਡ ਵਿਦ ਇੰਪ੍ਰਿਜ਼ਨਮੈਂਟ ਅਪ ਟੂ 6 ਮੰਥਸ ਔਰ ਫਾਈਨ ਅਪ ਟੂ ₹1000 ਆਉਣਾ ਨਹੀਂ ਬੋਥ ਆਉਣਾ ਨਹੀਂ ਸਬਸੀਕੁਐਂਟ ਕਨਵਿਕਸ਼ਨ। ਵੀ ਜੇ ਉਹ ਫਿਰ ਦੁਬਾਰਾ ਗਲਤੀ ਕਰਦਾ ਹੈ ਤਾਂ ਸਜ਼ਾ ਇਸ ਨੂੰ ਡਬਲ ਕਰ ਦਿਆਂਗੇ, ਯਾਨੀ ਕਿ ਜਿਹੜਾ ਫਾਈਨ ਆ ਉਹ 1000 ਹੋ ਜਾਊਗਾ ਅਤੇ ਜਿਹੜੀ ਸਜ਼ਾ ਹੈ ਉਹ 6 ਮਹੀਨਿਆਂ ਦੀ ਹੋ ਜੂਗੀ 3 ਮਹੀਨਿਆਂ ਤੋਂ। ਫਿਰ ਵੀ ਐਨੀ ਪਰਸਨ ਇਨ ਰਿਸਪੈਕਟ ਆਫ ਵਿਚ ਐਨ ਅਫੈਂਸ ਹੈਜ਼ ਬੀਨ ਕਮਿਟਡ ਇਜ਼ ਲਾਇਬਲ ਟੂ ਕਨਫਿਸਕੇਟਡ। ਜੇ ਕਿਸੇ ਪੋਇਜ਼ਨ ਦਾ ਕਿਸੇ ਦਾ ਅਫੈਂਸ ਹੋਇਆ ਤਾਂ ਬਾਕੀ ਦੀ ਜਿਹੜੀ ਉਹਦੀ ਪੋਇਜ਼ਨ ਆ ਉਹ ਜ਼ਬਤ ਹੋ ਜੂਗੀ। ਕਨਫਿਸਕੇਸ਼ਨ ਦਾ ਮਤਲਬ ਜ਼ਬਤ ਹੋ ਜੂਗੀ, ਉਹਦਾ ਹੋ ਸਕਦਾ ਉਹਦਾ ਲਾਇਸੈਂਸ ਵੀ ਕੈਂਸਲ ਹੋ ਜੇ। ਤਾਂ ਜਿਹੜਾ ਡਿਸਟ੍ਰਿਕਟ ਉਸ ਤੋਂ ਬਾਅਦ ਹੈਗਾ ਕਿ ਵਾਰੰਟ ਇਸ਼ੂ ਕਰਦੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੱਭਣ ਵਾਸਤੇ, ਭਾਲਣ ਵਾਸਤੇ, ਸਰਚ ਕਰਨ ਵਾਸਤੇ, ਵੀ ਜਿਹੜਾ ਗੈਰ ਕਾਨੂੰਨੀ ਕੰਮ ਕਰਦਾ ਹੈ ਇਸ ਤਰ੍ਹਾਂ ਵਾਰੰਟ ਇਸ਼ੂ ਕਰਦੇ ਆ। ਅਤੇ ਡਿਸਟ੍ਰਿਕਟ ਅਤੇ ਸਬ ਡਿਵੀਜ਼ਨਲ ਮੈਜਿਸਟਰੇਟ ਜਿਹੜੇ ਹੁੰਦੇ ਨੇ, ਅਤੇ ਕਿਸੇ ਪ੍ਰੈਜ਼ੀਡੈਂਸੀ ਟਾਊਨ 'ਚ ਜਿਵੇਂ ਬੰਬੇ ਇੱਕ ਪ੍ਰੈਜ਼ੀਡੈਂਸੀ ਟਾਊਨ ਆ, ਉੱਥੇ ਕਮਿਸ਼ਨਰ ਆਫ ਪੁਲਿਸ ਨੂੰ ਇਹ ਇਸ ਤਰ੍ਹਾਂ ਦੀ ਪਾਵਰ ਨੇ, ਹੈਜ਼ ਦਾ ਪਾਵਰ ਟੂ ਇਸ਼ੂ ਵਾਰੰਟਸ ਫਾਰ ਦਾ ਸਰਚ ਆਫ ਐਨੀ ਪਲੇਸ, ਵੀ ਕਿਸੇ ਵੀ ਪਲੇਸ ਨੂੰ ਸਰਚ ਕਰ ਸਕਦੇ ਆ ਕਿ ਇੱਥੇ ਕੋਈ ਗੈਰ ਕਾਨੂੰਨੀ ਤਰੀਕੇ ਨਾਲ ਤਾਂ ਨਹੀਂ ਰੱਖੀ ਹੋਈ ਪੋਇਜ਼ਨ, ਜਾਂ ਕੋਈ ਰਜਿਸਟਰ ਤਾਂ ਨਹੀਂ ਮੇਨਟੇਨ ਕੀਤਾ ਗਲਤ, ਤਾਂ ਵੇਅਰ ਦੇ ਹੈਵ ਰੀਜ਼ਨ ਟੂ ਬਲੇਮ ਔਰ ਸਸਪੈਕਟ, ਜਿੱਥੇ ਉਹਨਾਂ ਨੂੰ ਕੋਈ ਸ਼ੱਕ ਹੁੰਦਾ, ਕੋਈ ਉਹਨਾਂ ਨੂੰ ਵਿਸ਼ਵਾਸ ਹੋ ਜਾਂਦਾ ਕਿ ਇੱਥੇ ਕੋਈ ਗਲਤ ਪੋਇਜ਼ਨ ਰੱਖੀ ਹੋਈ ਹੈ। ਕਾਂਟਰਾਬੈਂਡ ਪੋਇਜ਼ਨ ਇਜ਼ ਕੈਪਟ ਔਰ ਕੰਸੀਲਡ, ਲੁਕੋਈ ਹੋਈ ਹੈ, ਛੁਪਾਈ ਹੋਈ ਹੈ। ਦਾ ਪਰਸਨਸ ਟੂ ਹੂਮ ਦਾ ਵਾਰੰਟਸ ਆਰ ਡਾਇਰੈਕਟਡ, ਜਿਹੜੇ ਬੰਦੇ ਨੇ ਉਹਨਾਂ ਨੂੰ ਜਿਹਨਾਂ ਨੂੰ ਆਪਾਂ ਡਾਇਰੈਕਟ ਕਰਦੇ ਹਾਂ ਵਾਰੰਟ, ਹੈਵ ਦਾ ਪਾਵਰ ਟੂ ਐਂਟਰ, ਉਹਨਾਂ ਕੋਲ ਇੱਕ ਤਰ੍ਹਾਂ ਦੀ ਪਾਵਰ ਹੁੰਦੀ ਆ, ਸ਼ਕਤੀ ਹੁੰਦੀ ਆ ਕਿ ਉਹ ਕਿਤੇ ਵੀ ਐਂਟਰ ਕਰ ਸਕਦੇ ਆ, ਸਰਚ ਕਰ ਸਕਦੇ ਆ ਕਿਸੇ ਥਾਂ ਨੂੰ, ਅਤੇ ਅਕੋਰਡੈਂਸ ਵਿਦ ਦਾ ਵਾਰੰਟਸ, ਅਤੇ ਵਾਰੰਟਸ 'ਤੇ ਲਿਖਿਆ ਹੁੰਦਾ ਵੀ ਕਿਹੜੀ ਕਿਹੜੀ ਥਾਂ ਨੂੰ ਸਰਚ ਕਰਨਾ, ਕਿੱਥੇ ਚੀਜ਼ ਪਈ ਆ, ਕਿੰਨੀ ਚੀਜ਼ ਹੋ ਸਕਦੀ ਆ, ਕਿੱਥੇ ਗਲਤ ਕੰਮ ਹੋਇਆ। ਇਸ ਤਰ੍ਹਾਂ ਨਾਲ ਇਹ ਸਾਰਾ ਕੁਛ ਉਹਨਾਂ ਨੂੰ ਪਹਿਲਾਂ ਵੀ ਪਤਾ ਹੁੰਦਾ ਅਤੇ ਉਹ ਸ਼ੱਕ ਦੇ ਆਧਾਰ 'ਤੇ ਵੀ ਕਰ ਸਕਦੇ ਆ। ਅਤੇ ਬਾਕੀ ਜਿਹੜੀ ਕੋਵਾ ਐਪ ਆ ਪੰਜਾਬ ਸਰਕਾਰ ਨੇ ਉਹ ਬਣਾਈ ਆ ਸੁਰੱਖਿਆ ਲਈ ਲੋਕਾਂ ਦੀ, ਤਾਂ ਕਿ ਕਰੋਨਾ ਵਾਇਰਸ ਦੇ ਲਈ ਇਹ ਵਧੀਆ ਇੱਕ ਤਰ੍ਹਾਂ ਦਾ ਹਥਿਆਰ ਆ। ਇਸ ਨੂੰ ਮਿਸ਼ਨ ਫਤਿਹ ਦੇ ਨਾਂ ਨਾਲ ਉਹਨਾਂ ਨੇ ਹੈਡਿੰਗ ਦਿੱਤਾ ਹੈ। ਅਤੇ ਇਸ 'ਚ ਇਹ ਕੀ ਹੈ ਕਿ ਜਦੋਂ ਆਪਾਂ ਬਾਹਰ ਜਾਂਦੇ ਹਾਂ ਤਾਂ ਉਦੋਂ ਆਪਾਂ ਨੂੰ ਮਾਸਕ ਲਾਉਣਾ ਚਾਹੀਦਾ ਹੈ, ਅਤੇ ਜੇ ਆਪਾਂ ਕਿਸੇ ਨੂੰ ਮਿਲਣਾ ਹੈ, ਗੱਲ ਕਰਨੀ ਆ, ਤਾਂ ਉਹਦੇ ਤੋਂ 6 ਫੁੱਟ ਦੂਰ ਜਾਂ 2 ਮੀਟਰ ਦੂਰ ਹੋ ਕੇ ਗੱਲ ਕਰਨੀ ਚਾਹੀਦੀ ਆ। ਅਤੇ ਜਦੋਂ ਘਰ ਆਉਣਾ ਹੈ ਵਾਪਸ, ਤਾਂ ਆਪਾਂ ਨੂੰ ਹੱਥ ਧੋਣੇ ਚਾਹੀਦੇ ਆ ਸਾਬਣ ਨਾਲ, ਯਾਨੀ ਕਿ 20 ਸਕਿੰਟਾਂ ਲਈ ਘੱਟੋ ਘੱਟ ਆਪਾਂ ਨੂੰ ਹੱਥ ਧੋਣੇ ਚਾਹੀਦੇ ਆ ਸਾਬਣ ਨਾਲ। ਇਸ ਤਰ੍ਹਾਂ ਨਾਲ ਇਹ ਹੈਗੀ ਆ।